1678 ਵਿਕਰਮੀ ਵਿੱਚ ਅਤੇ ਵਿਸਾਖ ਸੁਦੀ ਪੰਚਮੀ ਨੂੰ ਗੁਰੂ ਮਹਾਰਾਜ ਸਾਹਿਬ ਨੇ ਗੁਰੂ ਕੇ ਮਹਿਲਾਂ ਵਿੱਚ ਅਵਤਾਰ ਧਾਰਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਪੀਰਮਲ ਜਦ ਦੱਸ ਨਾ ਸਕਿਆ ਉਦਾਸ ਹੋ ਗਿਆ ਮੱਖਣ ਸ਼ਾਹ, ਕਹਿੰਦਾ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਜਿਹੜੀ ਆਗਿਆ ਹੈ ਉਹ ਮੈਂ ਪਾਲ ਨਹੀਂ ਸਕਿਆ। ਮੈਂ ਅੱਗ ਮਚਾ ਕੇ ਜੇ ਅਗਨ ਭੇਟ ਹੋ ਜਾਵਾਂ ਤਾਂ ਚੰਗਾ। ਇਹਨੂੰ ਜਿੰਨਾ ਚਿਰ ਗੁਰੂ ਸਾਹਿਬ ਨਹੀਂ ਪ੍ਰਗਟ ਹੁੰਦੇ ਉਹਨਾਂ ਚਿਰ ਮੇਰਾ ਜਿਉਣਾ ਸਫਲਾ ਨਹੀਂ। ਇਸ ਤਰ੍ਹਾਂ ਚਿਰਵਦਾ ਹੋਇਆ ਬਹੁਤ ਉਦਾਸ ਹੋ ਗਿਆ। ਚਿਰਵਦੇ ਨੂੰ ਫਿਰ ਦਿਲ 'ਚ ਖਿਆਲ ਆਇਆ ਵੀ ਚਲੋ ਫੇਰਾ ਪਾਈਏ। ਫਿਰ ਦੁਬਾਰਾ ਨਗਰ 'ਚ ਆਇਆ, ਆ ਕੇ ਪੁੱਛਿਆ ਵੀ ਕੋਈ ਹੋਰ ਵੀ ਹੈ। ਗੁਰਤਾ ਗੱਦੀ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ ਨੇ ਆਪ ਨੂੰ 1721 ਵਿਕਰਮੀ 'ਚ ਚੇਤ ਸੁਦੀ 14 ਵਾਲੇ ਦਿਨ ਆਪ ਜੀ ਨੂੰ ਗੁਰਤਾ ਗੱਦੀ ਬਖਸ਼ੀ ਸੀ। ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਜੋ ਮਾਤਾ ਨਾਨਕੀ ਜੀ ਮਹਿਲ ਸਨ, ਇਹਨਾਂ ਦੇ ਪੁੱਤਰ ਸਾਧ ਸੰਗਤ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਇਹਨਾਂ ਦੀ ਕੁੱਖ ਨੂੰ ਭਾਗ ਲਾਉਣ ਵਾਸਤੇ 1678 ਵਿਕਰਮੀ ਵਿੱਚ ਅਤੇ ਵਿਸਾਖ ਸੁਦੀ ਪੰਚਮੀ ਨੂੰ ਗੁਰੂ ਮਹਾਰਾਜ ਸਾਹਿਬ ਨੇ ਗੁਰੂ ਕੇ ਮਹਿਲਾਂ ਵਿੱਚ ਅਵਤਾਰ ਧਾਰਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਸੰਗਤਾਂ ਦੇ ਅੰਦਰ ਬੜਾ ਮੰਗਲਾਚਾਰ ਹੋਇਆ, ਸਭ ਸੰਗਤਾਂ ਨੇ ਖੁਸ਼ੀਆਂ ਮਨਾਈਆਂ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਾਸ ਆਪ ਜੀ ਦਾ ਨਾਮ ਰੱਖਣ ਵਾਸਤੇ ਲਿਆਂਦੇ ਗਏ ਦਾਸੀ ਦੇ ਕੁਛੜ ਚੱਕੇ ਹੋਏ ਹਨ ਤੇ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ ਤੇ ਮੱਥਾ ਟਿਕਾਇਆ ਗੁਰੂ ਤੇਗ ਬਹਾਦਰ ਸਾਹਿਬ ਦਾ। ਉਸ ਵਕਤ ਗੁਰਪੁਰ ਪ੍ਰਕਾਸ਼ ਵਿੱਚ ਇਸ ਪ੍ਰਕਾਰ ਲਿਖਿਆ ਹੋਇਆ ਹੈ ਕਿ ਮਹਾਰਾਜ ਸਾਹਿਬ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਮੀਰੀ ਤੇ ਜਿਹੜੀਆਂ 2 ਤਲਵਾਰਾਂ ਪਹਿਰੀਆਂ ਹੋਈਆਂ ਸਨ, ਇੱਕ ਕਿਰਪਾਨ ਦੇ ਮੁੱਠੇ ਨੂੰ ਹੱਥ ਨੂੰ ਪਾ ਲਿਆ। ਦਾਸੀ ਛਡਾਉਣਾ ਚਾਹੁੰਦੀ ਹੈ, ਮਹਾਰਾਜ ਸਾਹਿਬ ਛੱਡਦੇ ਨਹੀਂ ਹਨ। ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਦੇ ਪਾਸ ਬੇਨਤੀ ਕੀਤੀ, ਮਹਾਰਾਜ ਨਾਮ ਸਾਹਿਬ ਜਦ ਰਖਾਉਣਾ ਹੈ। ਮਹਾਰਾਜ ਸਾਹਿਬ ਕਹਿੰਦੇ ਨਾਮ ਦਾ ਇਹਨਾਂ ਨਾਮ ਦਾ ਆਪ ਹੀ ਰੱਖ ਲਿਆ ਹੈ, ਇਹ ਤੇਗ ਦੀ ਬਹਾਦਰੀ ਕਰਨਗੇ। ਇਹਨਾਂ ਦਾ ਨਾਮ ਤੇਗ ਬਹਾਦਰ ਰੱਖਦੇ ਹਾਂ ਅਸੀਂ, ਹਿੰਦ ਧਰਮ ਦੀ ਰੱਖਿਆ ਕਰਨ ਵਾਸਤੇ ਬਹਾਦਰੀ ਕਰਨਗੇ। ਕਿਉਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਬੈਠਿਆਂ ਨੇ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨਾਮ ਰੱਖਿਆ। ਸਾਧ ਸੰਗਤ ਜੀ, ਕਿਉਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਰੱਖ ਕੇ ਬਾਲਕ ਅਵਸਥਾ ਸੱਚੇ ਪਾਤਸ਼ਾਹ ਦੀ ਮਾਤਾ ਦੀ ਗੋਦ ਵਿੱਚ, ਸੇਵਕਾਂ ਦੀ ਗੋਦ ਵਿੱਚ ਪਲਦੇ ਰਹੇ। ਸੰਗਤਾਂ ਮਿਲ ਕਰਕੇ ਸਤਿਗੁਰਾਂ ਦੇ ਨਾਲ ਪਿਆਰ ਕਰਦੀਆਂ ਰਹੀਆਂ। ਬਾਕੀ ਦੇ ਸਾਹਿਬਜ਼ਾਦਿਆਂ ਨਾਲ ਆਪ ਖੇਡਦੇ ਰਹਿੰਦੇ, ਪਰ ਸਮਾਧੀ 'ਚ ਬਹੁਤ ਇਸਤਤ ਰਹਿੰਦੇ। ਮਹਾਰਾਜ ਸਾਹਿਬ ਵੱਡੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਸਨ, ਉਦੋਂ ਛੋਟੇ ਬੀਬੀ ਬੀਰੋ ਜੀ ਸਨ, ਉਸ ਤੋਂ ਛੋਟੇ ਬਾਬਾ ਅਟਲ ਰਾਜ ਜੀ ਸਨ, ਉਹਨਾਂ ਤੋਂ ਛੋਟੇ ਬਾਬਾ ਸੂਰਜ ਅਨੀਰਾਜ ਜੀ ਸਨ। ਅਟਲ ਰਾਜ, ਅਨੀਰਾ ਤੇ ਸੂਰਜਮਲ। ਇਸ ਪ੍ਰਕਾਰ ਗੁਰੂ ਤੇਗ ਬਹਾਦਰ ਸਾਹਿਬ 5ਵੇਂ ਸਾਹਿਬਜ਼ਾਦੇ ਸਨ ਮਹਾਰਾਜ ਸਾਹਿਬ ਦੇ ਸੱਚੇ ਪਾਤਸ਼ਾਹ ਦੇ। ਆਪ ਦਾ 1678 ਵਿਕਰਮੀ ਵਿੱਚ ਵਿਸਾਖ ਸੁਦੀ ਪੰਚਮੀ ਨੂੰ ਆਪ ਦਾ ਅਵਤਾਰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੇ ਮਹਿਲਾਂ ਵਿੱਚ ਹੋਇਆ। ਸਾਧ ਸੰਗਤ ਜੀ, ਇਉਂ ਗੁਰੂ ਮਹਾਰਾਜ ਸਾਹਿਬ ਸਤਿਗੁਰਾਂ ਦੇ ਚਰਨਾਂ ਵਿੱਚ ਰਹਿੰਦੇ। ਜਦੋਂ ਬਾਲਕ ਅਵਸਥਾ 'ਚ ਹੋ ਗਏ ਉਸ ਵੇਲੇ ਬੱਚੇ ਖੇਲਦੇ, ਪਰ ਆਪ ਮਹਾਰਾਜ ਸਾਹਿਬ ਜਿੱਥੇ ਵੀ ਬੈਠੇ ਹੋਇਆ ਕਰਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਇੱਕ ਵਾਰੀ ਆ ਕੇ ਕਰਿਆ ਕਰਦੇ। ਦਰਸ਼ਨ ਕਰਕੇ ਇੱਕ ਵਾਰੀ ਅੱਖਾਂ ਭਰ ਕੇ ਗੁਰੂ ਸਾਹਿਬ ਦੇ ਦਰਸ਼ਨ ਵੇਖ ਲੈਂਦੇ। ਫਿਰ ਉਸ ਧਿਆਨ ਨੂੰ ਦਿਲ 'ਚ ਵਸਾ ਕੇ ਜੇ ਤਾਂ ਮਹਿਲਾਂ 'ਚ ਬੈਠੇ ਹੋਇਆ ਕਰਦੇ ਉੱਥੇ ਹੀ ਮਹਾਰਾਜ ਸਾਹਿਬ ਸਮਾਧ 'ਚ ਬੈਠੇ ਇਸਤਤ ਹੋ ਜਾ ਕਰਦੇ। ਜੇ ਮਹਾਰਾਜ ਦੀਵਾਨ ਭਰੇ 'ਚ ਬੈਠੇ ਹੋਇਆ ਕਰਦੇ ਅਕਾਲ ਤਖਤ ਸਾਹਿਬ, ਤਾਂ ਉੱਥੇ ਆ ਕੇ ਦਰਸ਼ਨ ਦੇਖ ਕੇ ਸਮਾਧ 'ਚ ਇਸਤਤ ਹੋਇਆ ਕਰਦੇ। ਕਿਉਂ ਮਹਾਰਾਜ ਸਾਹਿਬ ਜੀ ਬਾਲਕ ਅਵਸਥਾ ਵਿੱਚ ਸਾਧ ਸੰਗਤ ਜੀ ਰਹਿੰਦੇ, ਕਿਸੇ ਨਾਲ ਸਿਆਣ ਜਾਣ, ਕਿਸੇ ਮਸੰਦ ਨਾਲ, ਕਿਸੇ ਸਿੱਖ ਨਾਲ ਨਾ ਰੱਖਦੇ, ਸਮਾਧੀ ਵਿੱਚ ਇਸਤਤ ਰਿਹਾ ਕਰਦੇ। ਗੁਰੂ ਮਹਾਰਾਜ ਸਾਹਿਬ ਹਰ ਵਕਤ ਭਜਨ ਵਿੱਚ ਲੀਨ ਰਿਹਾ ਕਰਦੇ। ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਅਵਸਥਾ ਬਤੀਤ ਕੀਤੀ ਹੈ, ਉਸ ਵਕਤ ਸਾਧ ਸੰਗਤ ਜੀ ਜਿਸ ਵੇਲੇ ਸੂਰਜਮਲ ਨੂੰ ਵਿਆਹੁਣ ਵਾਸਤੇ ਆਪ ਗਏ ਹੈ, ਸੂਰਜਮਲ ਦੀ ਸ਼ਾਦੀ ਬਟਾਲੇ ਹੋਈ ਸੀ। ਉਸ ਵਕਤ ਸਾਧ ਸੰਗਤ ਜੀ ਆਪਣੇ ਕਰਤਾਰਪੁਰ ਵਿੱਚ, ਦੁਆਬੇ ਵਾਲੇ ਵਿੱਚ ਇੱਥੇ ਹੋਈ ਸੀ। ਉਸ ਵੇਲੇ ਭਾਈ ਲਾਲ ਚੰਦ ਜੀ ਨੇ ਸ੍ਰੀ ਗੁਰੂ ਮਹਾਰਾਜ ਸਾਹਿਬ ਦੇ ਸਾਹਿਬਜ਼ਾਦੇ ਵੇਖ ਕੇ ਬੇਨਤੀ ਕੀਤੀ ਕਿ ਮਹਾਰਾਜ ਮੈਂ ਆਪਣੀ ਪੁੱਤਰੀ ਦਾ ਨਾਤਾ ਕਰਿਆ ਚਾਹੁੰਦਾ ਹਾਂ। ਉਸ ਵਕਤ ਮਹਾਰਾਜ ਸਾਹਿਬ ਜੀ ਨੇ ਅਨੀਰਾ ਨੂੰ ਭਾਈ ਬਿਧੀ ਚੰਦ ਨੂੰ ਭੇਜ ਕੇ ਪੁੱਛਿਆ। ਅਨੀਰਾ ਨੇ ਮਸਤਾਨੀ ਤੌਰ 'ਤੇ ਉੱਤਰ ਦਿੱਤਾ। ਉਸ ਵਕਤ ਮਹਾਰਾਜ ਸਾਹਿਬ ਜੀ ਨੇ
श्री गुरु तेग बहादुर साहब जी के पास भाई बिधि चंद जी भेजे। महाराज ने कहा जो सतगुरां की आज्ञा है सानू प्रवान है। इस प्रकार कहण तो भाई लाल चंद की पुत्री माता गुजरी जी का सतगुरु जी के नाल नाता होया करतारपुर साहब विच। ये करतारपुर साहब वाला जो खतरी सी लाल चंद ये लखनौर का बसंदा सी। पिछे जो अमाले के पास लखनौर नगर है उस थां दे वसन वाला सी। ये रहिंदा सी जदों गुरु अर्जन देव ने करतारपुर वसाया उस वेले करतारपुर च आके बसिया सी पिछा इसका लखनौर का। इस प्रकार साहब संगत जी गुरु महाराज साहब की शादी हुई माता गुजरी साहब के नाल। माता गुजरी साहब जी हमेशा लई माता नानकी जी आग्या विच रिहा करदे ते गुरु महाराज साहब सच्चे पातशाह हर वक्त समाज में ही लीन रिहा करदे। इउं समा कुछ गुजर गया। श्री गुरु हरगोबिंद साहब महाराज जी ने जिस वक्त गुरु हरराज साहब जी को गुरता गति बख्शी उस वक्त माता नानकी जी ने बेनती की कि महाराज मेरा पुत्र गुरु तेग बहादुर साहब जो हैं ये किसी मसंद नाल सियाण ज्ञान नहीं करते। बाकी के सारे साहबजादे जिहड़े है वो सारे सावधान हैं, सब सेवा उन्होंने वंडियां हुई ने। इन्हां दे महाराज सच्चे पातशाह इन्हां ते तरस करो। गुरु महाराज साहब कहन लगे नानकी जी किसी प्रकार का भय ना करो। इन्हों के पुत्र देग तेग दे धनी गुरु गोबिंद सिंह साहब अवतार होणगे। इन्हां तुसीं आदर सारे साहबजादे ने ज्यादा तां करदे हैं। ये वचन सुन के माता जी ने धीरज मान ली। जदों गुरु हरगोबिंद साहब जी ने श्री गुरु हरराज साहब को गुरता दे दी उदों माता जी निराशे हो गए। निराशे होकर महाराज प्रसाद छकते सन। उत्थे आके बेनती की कि महाराज मेरे पुत्र सारिਆਂ छोटा सी इन्हों के ताई तुसीं गुरता क्यों नहीं बख्शी। हजूर प्रसाद छकते बोले नहीं, प्रसाद छकते रहे। जब हथ धो ले चुला कर लिया, चुला करके रुमाल नाल हथ महाराज जी साफ कर रहे सन। उस वेले रुमाल माता नानकी की झोली च पाता कि लै गुरियाई तेरे घर आवेगी, तैनूं कैल नहीं करना चाहिए। असीं कह रहे हैं कि इन्हां दे सुपुत्र जिहड़े वो देख तेग दे धनी होणगे, अच्छा गुरियाई आवेगी। इस प्रकार बचन कह के लै रुमाल साँभ के रखी। ये सुन के बचन माता जी बड़े प्रसन्न होए। तो उदों बाद श्री गुरु तेग बहादुर साहब इत्थे कीरतपुर साहब विच ही महाराज के पास रहे। जदों गुरु महाराज साहब जी ज्योति जोत समा गए गुरु हरगोबिंद साहब जी, उस वक्त माता नानकी जी अपने पुत्र गुरु तेग बहादुर साहब को नाल लैके जिहड़ा पुराना पिंड सी बकाला उस विच आके रहन लग। इत्थे रहन तो माता गुजरी साहब जी भी नाल ही आ गए। इत्थे रहने हुए साहब संगत जी 26 साल तकरीबन गुरु साहब जी भोरे दे च बैठ के हमेशा तपस्या करते रहे, सिमरन करते रहे, किसी नाल सियाण ज्ञान ना रखते। इस प्रकार गरीब नवाज अंतरयामी गुरु हरगोबिंद साहब के सुपुत्र पंजवें गुरु तेग बहादुर साहब जी ने समा बतीत किया। काफ़ी चिर तप करदिआं नूं उस वक्त साहब संगत जी समा आ गया हो जिस वक्त श्री गुरु हरकृष्ण साहब महाराज साहब सच्चे पातशाह जी ने दिल्ली में जाके सच्चे पातशाह जी का औरंगजेब चाहता सी कि मैं मिलाप करा। महाराज चाहते सन कि मिलाप की लोड़ नहीं, सानू असी ना तेरा दर्शन करना है ना तेन दर्शन देना है। औरंगजेब ये सुन करके चुप रहिंदा सी, जय सिंह सवाही के राही सिफारिश करता रहिंदा सी कि महाराज साहब जी जदों खुशी ना मनन मैं दर्शन करा। पर फिर भी गुरु साहब ने प्रवान नहीं किया कि जे तां करामात देखनी है तो राम राज ही तेरे कोले है, वो तो वेख लै, वेखियां बहुत हैं। तो होर कोई जे तैनूं लोड़ है उपदेश की तो शब्द लिख के भेजा सी, क्या खादे क्या पैदे होए, जामा ना ही सच्चा सोए, क्या मैदा क्या घिउगुड़ मिठा, क्या मैदा क्या मास, क्या कपड़ क्या सेस खाली कीजे भोग बलास। ये वाक कहे सन नानक सच्चे नाम हब्बे टोल बनास। ये शब्द लिख के भेजिया सी। महाराज ने कहा साढ़े दर्शनों का फल होगा जे तू शब्द नूं कमावेगा। ये वचन कह के औरंगजेब नूं दर्शन नहीं सन दिते। औरंगजेब ने गुरु महाराज साहब की आग्या ना करके दर्शन रजामंदी ना चाहता सी पाए। जदों गुरु साहब जी ज्योति जोत समाउण लगे है उस वेले सिखां ने कहा कि महाराज बाकी दे सतगुरु सारे गुरता गद्दी सिख नूं जां आपदे पुत्र नूं बख्शिश करके फिर ज्योति जो समाउंदे रहे है।
आपदे संतान भी कोई नहीं हुई, राम राम ईर्खा की है आपदे नाल, ਉਹਨੂੰ भी तुसीं बचन करता भी जिउंदा सड़ जाएगा तो बेऔलादा जाएगा, भावें किन्ने ब्याह करा ले, ਉਹਦੇ मन की शांति नहीं होगी, चित तपदा रहेगा। इस प्रकार के बचन आप उसनों कहते हैं। हुण महाराज संगतां दा वाली कौन होएगा? सुन के महाराज ने कहा, साध संगत जी, गुरु अर्जन साहब ने गुरु ग्रंथ साहब जी रचे है, सारे गुरु ग्रंथ साहब दे भरोसा रखो। सिखां ने कहा, महाराज सोडी गुरु ग्रंथ साहब होर लिख लैणगे, आपो अपनी थाई पूजा कराउणा चाहणगे। इस प्रकार ना जिवें महाराज आपनूं गुरु हरराज साहब नूं गुरता बख्शी है, उस प्रकार आप गुरता बख्शो। सुन के महाराज ने कहा, चंगा 10वां स्वरूप धार के देवांगे तां गुरु ग्रंथ साहब ने गुरियाई। हुण संगत के अंदर सबसे मेटण वास्ते असीं ऐसे गुरु बनाउने हैं जो हिंद दे राखे होणगे। ये बचन कह के महाराज साहब जी ने चेत सुदी 14 अद्धी रात नूं, अद्धी रात ढली तो महाराज ने कहा, चंगा 5 पैसे लियाओ तो नवेर लियाओ। सुनहरी थाल विच लिया के सिखां ने महाराज दे हजूर पेश किया। जिस वेले गुरु हरकृष्ण साहब के पास पेश किया, उस वक्त महाराज साहब जी ने गुरु तेग बहादुर साहब का ध्यान करके, जो बाबे बकाले भोरे विच बैठे सन, उस वेले ध्यान के नाल प्रकम्यां कीतियां, हथ उदाले थाल दे फेर के। इस प्रकार महाराज जी ने गुरु तेग बहादुर साहब जी नूं गुरता अर्पण की ते वचन कीते, बाबा बस है बीच बकाले, अपनी संगत आप संभाले। उस वेले बकाले च कोई सोढी नहीं सी हो रहिंदा। श्री गुरु तेग बहादुर साहब महाराज दे बाबे गुरदुत्ते दे पोतरे सन गुरु हरकृष्ण साहब, ते महाराज साहब गुरदे दे भाई सन। इस करके बाबा जी इहो ही सनगे ते अदब दे नाल महाराज जी ने बाबा शब्द का नाम लिया सी। इस प्रकार संगत ने क्या कोई छपे तो नहीं रहणगे, महाराज साहब जदों आपे प्रगट हो जाणगे। इउं निश्चय करके संगत ने गुरु साहब के बचनों पर भरोसा किया। श्री गुरु हरकृष्ण साहब महाराज उस वेले ज्योति जोत समा गए। औरंगजेब ने दर्शन करने चाहे, महाराज ने आपकी देह अलोप कर ली। देह अलोप करने तो बड़ा भयदायक उन्होंने नज़ारा दसिया, कबदा दंदल पैगी, एहलकारां दे मोढियां ते हथ रख के मसां वो पुज्जिया अपनी दिल्ली दे विच जाके किले च। इस प्रकार औरंगजेब दे नाल हुई सी। इधर श्री गुरु तेग बहादुर साहब जी के पास भाई गुरदुत्ता जी, जो बाबे बुढ़े साहब के 6वें थान सन, वो गुरता गद्दी लैके आए। इत्थे बाबे बकाले गुरु महाराज साहब प्रगट नहीं होए। सिख के पासों महाराज जी ने 5 पैसे तो लेर अपनी झोली च पवा लिया, उठ के अदब किया ते उस तरह समाधि चिस्तित हो गए। इस प्रकार साध संगत जी गुरु महाराज साहब सच्चे पातशाह जदों प्रगट नहीं होना चाहते, अपनी समाधि च टिके हुए हैं, उस वक्त माता नानकी जी यत्न करते कि महाराज प्रगट होण। ये सुन के मसंदा नूं पता लगा भी गुरु साहब जी बकाले च प्रगट होने हैं। 22 मंजियां ला के साध संगत जी आके बैठ गए। 22 मंजियां ला के बैठ के आपो अपनी पूजा कराउण लग गए। दूए दी दुआ निंदिया करदा कि ये गुरु वध के नहीं, मैं गुरु वध के हैं। इस प्रकार करदे होए धीर मल नूं भी चित हिल गया। ये करतारपुर का वसिंदा सी। श्री गुरु ग्रंथ साहब जी 5वें पातशाह वाले ये कोले सी। ये लैके बाबे बकाले आ गए। बाबे बकाले आके भी डेरा ला लिया। तो ਜਿਹੜੇ सिख संगतां सो जानदियां सन गुरु ग्रंथ साहब नूं मत्था टेकण, ਇਹਦਾ एडा सत्कार ना करन, गुरु की कुल विचों जान के ਇਹਦਾ सत्कार करते सी। क्यों 22 मंजियां ला के जदों बैठ गए, बड़े यत्न किए। जिन्नियां सिख संगतां ते गुरु हरकृष्ण साहब के बचन के नाल बाबे बकाले नूं सारियां आउंदियां इत्थे आके डेरे लगे है। गुरु की परख नहीं कोई हुंदी, चित दे कोई फुरने की गल नहीं दसदे, ना कोई किसी की सुखना बुझ सकते हैं। सारिਆਂ ਨੂੰ उतों परचावा पूजा लैण वास्ते करते हैं। इस प्रकार की हालत देख के संगत साध संगत जी महाराज साहब जी के प्यार में चारे छेरे बाबे बकाले उतरे हुए सिख। किसी पर भरोसा नहीं रहा सिखा नूं, डावां डोल हो गए सिख। जिसके कोले जाते कहंदा मैं ही गुरु है, दूए गुरु नहीं हैं। इस प्रकार का रौला बड़ा भारी पिया सी। उन्हां दिनां च भाई मक्खण शाह लवाणा जिहड़ा सी ये टांडे का वसिंदा सी गुजरात के जिले च, जिथे संत महाराज जी टांडे जाके लवाणियां दे ताई 10,000 नूं खंडे दा अमृत छका के सारियां दा लिबास गड्डी वालियां वर्गा सी। पहलां पंजाबी वस्त्र पहनाए ते उन्हां नूं सिੱਖੀ दे विच लिआंदा सी। पहलां वो जिवें गड्डियां वाले लोग तुरे फिरदे इस प्रकार दे आ जिहड़े
ਮਾਰਵਾੜੀ ਦੇ ਜਾਂਦੇ ਇਸ ਪ੍ਰਕਾਰ ਦੇ ਨਾਲ ਲਿਵਾਸ ਹੁੰਦਾ ਸੀ। ਸੋ ਉਹਨਾਂ ਦੇ ਤਾਈਂ ਇਹ ਗੁਰਸਿੱਖੀ ਦਾ ਦਾਨ ਉਹ ਭਾਈ ਮੱਖਣ ਸ਼ਾਹ ਲਵਾਣੇ ਦੀ ਸੰਤਾਨ ਹੋਣੇ ਕਰਕੇ ਤਰਸ ਕਰਕੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸਿੰਘਾਂ ਸਜਾਉਣ ਦਾ ਯਤਨ ਕੀਤਾ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਉਹ ਪ੍ਰੇਮੀ ਮੱਖਣ ਸ਼ਾਹ ਜਿਹੜਾ ਲਵਾਣਾ ਸੀ, ਵਣਜ ਦਾ ਖੇਪ ਦਾ ਕੰਮ ਕਰਦਾ ਸੀ, ਇਹ ਸਾਧ ਸੰਗਤ ਜੀ ਕਿਸੇ ਗਿਆ ਆਪਣੇ ਇਲਾਕੇ 'ਚ, ਉੱਥੇ ਦਾ ਜਹਾਜ਼ ਅਟ ਗਿਆ ਸਮੁੰਦਰ ਵਿੱਚ। ਬੜੇ ਯਤਨ ਕੀਤੇ, ਜਹਾਜ਼ ਉਸ ਵਕਤ ਇਹਦਾ ਲੰਘਿਆ ਨਾ, ਸਾਰੇ ਆਦਮੀ ਜ਼ੋਰ ਲਾ ਚੁੱਕੇ, ਜੋ ਨਾ ਜਹਾਜ਼ ਚੱਲਿਆ। ਉਸ ਵੇਲੇ ਸੁਖਣਾ ਸੁਖੀ ਕਿ ਗੁਰੂ ਮਹਾਰਾਜ ਸਾਹਿਬ ਗੁਰਤਾ ਦੇ ਮਾਲਕ ਜੋ ਹਨ, ਇਸ ਵੇਲੇ ਮੇਰੇ ਉਹ ਜਹਾਜ਼ ਨੂੰ ਬੰਨੇ ਲਾਉਣ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਿਆਈ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੇਖ ਕੇ ਜੋਤੀ ਜੋ ਸਮਾ ਗਏ ਸਨ। ਜਦੋਂ ਇਹ ਅਰਦਾਸਾ ਕੀਤਾ, 500 ਮੋਹਰ ਸੁਖੀ ਵੀ ਗੁਰੂ ਸਾਹਿਬ ਦੀ ਭੇਟਾ ਕਰਾਂਗਾ, ਬਾਕੀ ਦਸਾਉਣ ਦਿਆਂਗਾ ਜੇ ਗੁਰੂ ਮਹਾਰਾਜ ਸਾਹਿਬ ਮੇਰਾ ਜਹਾਜ਼ ਬੰਨੇ ਲਾ ਦੇਣ। ਇਸ ਮਹਾਰਾਜ ਸਾਹਿਬ ਜੀ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੋਚਿਆ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸਾਨੂੰ 8ਵੇਂ ਸਰੂਪ 9ਵੇਂ ਸਰੂਪ ਵਿੱਚ ਭਾਵਨਾ ਕਰਕੇ ਨਮਸਕਾਰ ਕਰ ਦਿੱਤੀ ਹੈ। ਇਹ ਗੁਰਤਾ ਗੁਰੂ ਨਾਨਕ ਦੀ ਹੁਣ ਸਾਡੇ ਅੰਦਰ ਹੈ, ਇਹ ਸਾਨੂੰ ਕਾਰਜ ਕਰਨਾ ਪੈਂਦਾ ਸਿੱਖ ਦੀ ਆਰਾਧਨਾ ਨੂੰ ਜਾਣ ਕੇ। ਉਸ ਵੇਲੇ ਗੁਰੂ ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਆਪ ਦੀ ਆਰਾਧਨਾ ਜਾਣ ਕੇ ਸੱਚੇ ਪਾਤਸ਼ਾਹ ਜੀ ਬਾਬੇ ਬਕਾਲੇ 'ਚੋਂ ਸਰੂਪ ਧਾਰ ਕਰਕੇ ਦੂਜਾ ਸਮੁੰਦਰ 'ਚ ਜਾ ਰਹੇ। ਸਮੁੰਦਰ 'ਚ ਜਾ ਕੇ ਮਹਾਰਾਜ ਨੇ ਭਾਈ ਮੱਖਣ ਸ਼ਾਹ ਦਾ ਬੇੜਾ ਜਿਸ ਪਾਸੇ ਜਹਾਜ਼ ਲਿਜਾਣਾ ਚਾਹੁੰਦਾ ਸੀ, ਉਸ ਕਿਨਾਰੇ 'ਤੇ ਮਹਾਰਾਜ ਜੀ ਨੇ ਲਾ ਦਿੱਤਾ। ਉਹ ਕਿਨਾਰੇ 'ਤੇ ਲੱਗਣ ਤੋਂ ਸਿੱਖ ਨੇ ਭਾਵਨਾ ਪੂਰੀ ਹੋ ਗਈ, ਆਪਣਾ ਸੌਦਾ ਵੇਚਿਆ, ਨਫਾ ਖੱਟਿਆ, ਨਫੇ ਦੀ ਦਸਾਉਣ ਪੱਲੇ ਬੰਨ ਲਈ ਅਤੇ 500 ਮੋਹਰ ਸਤਿਗੁਰਾਂ ਦੀ ਸੁਖੀ ਸੀ ਉਹ ਲੈ ਕੇ ਦਿੱਲੀ ਆਇਆ। ਜਿਸ ਵੇਲੇ ਦਿੱਲੀ ਪੁੱਜਿਆ, ਆ ਕੇ ਪੁੱਛਿਆ ਕਿ ਗੁਰੂ ਸਾਹਿਬ ਦਾ ਗੁਰੂ ਹਰਕ੍ਰਿਸ਼ਨ ਸਾਹਿਬ ਤਾਂ ਜੋਤੀ ਜੋਤ ਸਮਾ ਗਏ। ਸੁਣ ਕੇ ਬੜਾ ਭਾਰੀ ਨਿਰਾਸ਼ਾ ਹੋਇਆ, ਕਹਿਣ ਲੱਗਾ ਹੁਣ ਮੈਂ ਕਿਵੇਂ ਕਰਾਂ। ਮਾਤਾ ਕ੍ਰਿਸ਼ਨ ਕੌਰ ਜੀ ਜੋ ਸਨ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਦੇ ਮਾਤਾ ਜੀ, ਉਹਨਾਂ ਦੀ ਸੰਮਤੀ ਨਾਲ ਕੀਰਤਪੁਰ ਸਾਹਿਬ ਆ ਕੇ ਮਿਲਿਆ। ਮਾਤਾ ਸਾਹਿਬ ਜੀ ਦੇ ਰਾਏ ਲੈ ਕੇ ਫਿਰ ਇਹ ਬਾਬੇ ਬਕਾਲੇ ਪੁੱਜਾ। ਸਾਧ ਸੰਗਤ ਜੀ ਬਾਬੇ ਬਕਾਲੇ ਆ ਕੇ ਕੀ ਵੇਖਿਆ, 22 ਮੰਜੀਆਂ ਸਾਰੇ ਲਾਈ ਬੈਠੇ ਹੈ। ਸਾਰੇ ਕਲਯੁਗ ਸਿੱਖ ਨੂੰ ਦੱਸੇ ਕੋਈ ਸਭ ਕੋ ਗੁਰੂ ਸਦਾਵੇ, ਗੁਰੂ ਹੀ ਸਾਰੇ ਬਣੇ ਬੈਠੇ, ਸਿੱਖ ਬਣਦਾ ਹੀ ਨਹੀਂ ਕੋਈ। ਉਸ ਵੇਲੇ ਜਦੋਂ ਇਹ ਹਾਲਤ ਹੋਈ, ਉਸ ਵਕਤ ਸਾਧ ਸੰਗਤ ਜੀ ਭਾਈ ਮੱਖਣ ਸ਼ਾਹ ਨੇ, ਸਿਆਣਾ ਸਿੱਖ ਸੀ, ਸਾਰੀਆਂ ਸੰਗਤਾਂ ਨੂੰ ਕਿਹਾ, ਦਰਿਆਵਤ ਕੀਤੀ, ਕਿਸੇ ਨੇ ਦੱਸ ਨਾ ਪਾਈ, ਆਪੋ ਆਪਣੀ ਪੂਜਾ ਦੀ ਸਾਰੇ ਨੂੰ ਬਣੀ ਹੈ। ਦੱਸਦਾ ਕੌਣ ਕਿ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਹਨ। ਉਹ ਬਾਬੇ ਬਕਾਲੇ ਇੱਥੋਂ 26 ਸਾਲ ਦੇ ਮਹਾਰਾਜ ਭੋਰੇ 'ਚ ਬੈਠੇ ਤਪ ਕਰਦੇ ਹੈ। ਉਸ ਵਕਤ ਸਾਧ ਸੰਗਤ ਜੀ ਕਿਸੇ ਨੇ ਜੋ ਦੱਸਿਆ, ਉਹ 22 ਮੰਜੀਆਂ ਵਾਲਿਆਂ ਦੇ ਕੁਸ਼ਾਮਤੀ ਜਿਹੜੇ ਆਦਮੀ ਸੀ, ਉਹ ਸਾਧ ਸੰਗਤ ਜੀ ਸਾਰੇ ਭਾਈ ਮੱਖਣ ਸ਼ਾਹ ਦੇ ਕੋਲੇ ਆ ਕੇ ਬੈਠ ਗਏ ਕਿ ਅਸੀਂ ਸਾਡਾ ਗੁਰੂ ਹੈ, ਸਾਡਾ ਗੁਰੂ ਹੈ। ਇਸ ਪ੍ਰਕਾਰ ਜਦੋਂ ਕਰਨ ਲੱਗੇ ਸਾਧ ਸੰਗਤ ਜੀ, ਭਾਈ ਮੱਖਣ ਸ਼ਾਹ ਨੇ ਉਸ ਵੇਲੇ ਰਾਜਨੀਤੀ ਕੀਤੀ, ਕਹਿੰਦੇ ਸਾਰਿਆਂ ਕੋਲੇ ਚੱਲਦੇ ਹੈ, ਜਿਨ ਮੇਰਾ ਬੜਾ ਬੇੜਾ ਬੰਨੇ ਲਾਇਆ ਹੈ ਤੇ ਮੇਰੀ ਜਿਹੜੀ ਸੁਖਣਾ ਹੈ ਉਹ ਆਪ ਦੱਸ ਦੇਵੇਗਾ, ਜਿਹੜਾ ਉਹਨਾਂ ਨੂੰ ਮੈਂ ਸਮਝਾਂਗਾ ਗੁਰੂ ਨਾਨਕ ਸਾਹਿਬ ਦੀ ਜੋਤ ਇਹਨਾਂ 'ਚ ਵਰਤਦੀ ਹੈ। ਇਸ ਖਿਆਲ ਦੇ ਨਾਲ ਤੁਰ ਪਿਆ ਮੱਖਣ ਸ਼ਾਹ। ਸਾਰੇ ਜਿੰਨੇ ਲੋਕ ਸੀ ਆਪੋ ਆਪਣੇ ਏਜੰਟ, ਉਹ ਸਾਰਿਆਂ ਨੂੰ ਕਹਿਤਾ ਤਿਆਰੀਆਂ ਕਰ ਲਓ, ਸਿੱਖ ਬੜਾ ਭਾਰੀ ਸ਼ਾਹੂਕਾਰ ਹੈ, ਇਹ ਭੇਟਾ ਲੈ ਕੇ ਆ ਰਿਹਾ ਹੈ। ਉਸ ਵਕਤ ਸਾਰਿਆਂ ਨੇ ਆਪੋ ਆਪਣੇ, ਕਿਸੇ ਨੇ ਚੌਰ, ਕਿਸੇ ਨੇ ਮੰਜੀ, ਕਿਸੇ ਨੇ ਚਦੋਏ, ਸਾਰੇ ਤਾਣ ਕੇ ਸਾਈ ਧੱਜ ਕੇ ਬੈਠ ਗਏ, ਕੀਰਤਨ ਕਰਾਉਣ ਲੱਗ ਗਏ। ਇਸ ਪ੍ਰਕਾਰ ਜਦੋਂ ਹੋਈ, ਮੱਖਣ ਸ਼ਾਹ ਜਿਸ ਵੇਲੇ ਨਗਰ 'ਚ ਆਇਆ, ਉਸ ਵੇਲੇ ਵੇਖਿਆ 22 ਮੰਜੀਆਂ ਲਾਈ ਬੈਠੇ ਹੈ। ਮੱਖਣ ਸ਼ਾਹ ਨੇ ਸੋਚਿਆ ਮੈਂ ਹੁਣ ਕਿਵੇਂ ਨਿਰਣਾ ਕਰਾਂ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬਚਨ 'ਤੇ ਮੈਨੂੰ ਭਰੋਸਾ ਹੈ ਵੀ ਗੁਰੂ ਸਾਹਿਬ ਤੇਗ ਬਹਾਦਰ ਸਾਹਿਬ ਜੀ ਇੱਥੇ ਪ੍ਰਗਟ ਹੋਣਗੇ। ਇਸ ਖਿਆਲ ਦੇ ਨਾਲ ਸਾਧ ਸੰਗਤ ਜੀ 2-2 ਮੋਹਰਾਂ ਮੱਖਣ ਸ਼ਾਹ ਅੱਗੇ ਰੱਖਣ ਲੱਗ ਗਿਆ। ਸਾਰੇ ਇਹ ਨਾਲ ਇਉਂ ਬੈਠ ਕੇ ਚਿਤਵਣੀ ਕਰੇ ਵੀ ਜਿਹੜਾ ਮੇਰਾ ਬੇੜਾ ਪਾਰ ਕੀਤਾ ਹੈ, ਤੇ ਉਸ ਵੇਲੇ ਮੈਂ ਜਿਹੜੀ ਅਰਦਾਸ ਸੁਖਣਾ ਸੁਖੀ ਸੀ 500 ਮੋਹਰ ਦੀ, ਉਹ ਕੋਈ ਦੱਸਦਾ ਹੈ ਕਿ ਨਹੀਂ ਮੇਰੇ ਦਿਲ ਦੀ ਗੱਲ, ਕੋਈ ਨਾ ਦੱਸੇ। ਕੋਈ ਪ੍ਰਸ਼ਾਦ ਦੇਵੇ, ਕੋਈ ਕਿਸੇ ਪ੍ਰਕਾਰ ਦਾ ਸਿਰੋਂ ਪਾਓ ਦੇਵੇ, ਇਹ ਸਾਰੀਆਂ ਗੱਲਾਂ ਭਾਈ ਨੇ ਬਾਈਆਂ ਕੋਲੇ ਜਾ ਕੇ ਵੇਖ ਲਈਆਂ। ਫਿਰ ਇਹ ਭਾਈ ਸਾਹਿਬ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ ਸੀ ਧੀਰਮਲ ਦੇ, ਉਸ ਜਗ੍ਹਾ 'ਚ ਆਇਆ। ਉਸ ਜਗ੍ਹਾ 'ਚ ਆ ਕੇ 5 ਮੋਹਰਾਂ ਗੁਰੂ ਗ੍ਰੰਥ ਸਾਹਿਬ ਦੀ ਭੇਟਾ ਕੀਤੀਆਂ ਤੇ ਅਰਦਾਸ ਕੀਤੀ, ਮਹਾਰਾਜ ਜਿਸ ਵਿੱਚ ਗੁਰੂ ਸਾਹਿਬ ਆਪ ਵਰਤਦੇ ਹੋ ਉਸ ਰੂਪ ਦੇ ਮੈਨੂੰ ਦਰਸ਼ਨ ਕਰਾਓ। ਇਉਂ ਅਰਦਾਸ ਕਰਕੇ ਫਿਰ ਮੱਖਣ ਸ਼ਾਹ ਨੇ 2 ਮੋਹਰਾਂ
ਭੇਟਾਂ ਕੀਤੀਆਂ ਧੀਰਮਲ ਦੀਆਂ। ਧੀਰਮਲ ਸੋਚਦਾ ਹੈ, ਕਹਿੰਦਾ ਭੇਟਾਂ ਦੋ ਹੀ ਦਿੱਤੀਆਂ ਹੈ, ਇਹ ਸਿੱਖ ਦਾ ਬੜਾ ਧਨੀ ਹੈ, ਇਹਨੂੰ ਬਾਹਲੀ ਮਾਇਆ ਦੇਣੀ ਚਾਹੀਦੀ ਸੀ, ਪਰ ਆਦਰ ਕਰਦਾ ਤੇ ਰੇਸ਼ਮੀ ਸਿਰੋਂ ਪਾਉ ਦਿੰਦਾ। ਮੱਖਣ ਸ਼ਾਹ ਚਿੰਦਾ ਵੀ ਜਿਹੜੀ ਭੇਟਾ ਮੈਂ ਸੁਖੀ ਸੀ ਉਹ ਦੱਸ ਦੇਵੇ ਤੇ ਫਿਰ ਮੈਂ ਇਹਦਾ ਮਨੋਂ ਤਨੋਂ ਗੋਲਾ ਬਣ ਜਾਵਾਂ, ਭਾਵੇਂ ਇਹ ਗੁਰੂ ਕੀ ਅੰਸ਼ ਵਿੱਚ ਪੈਦਾ ਹੋਇਆ। ਪਰ ਧੀਰਮਲ ਦੱਸ ਹੀ ਨਾ ਸਕਿਆ। ਜਿਸ ਵੇਲੇ ਦੱਸ ਨਾ ਸਕਿਆ, ਕਰਤਾਰ ਦਾ ਇਹੀ ਜੀ ਨੀਅਤ ਹੀ ਸੀ। ਧੀਰਮਲ ਜੋ ਦੱਸ ਨਾ ਸਕਿਆ ਉਦਾਸ ਹੋ ਗਿਆ ਮੱਖਣ ਸ਼ਾਹ, ਕਹਿੰਦਾ ਉਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਜਿਹੜੀ ਆਗਿਆ ਹੈ ਉਹ ਮੈਂ ਪਾਲ ਨਹੀਂ ਸਕਿਆ। ਮੈਂ ਅੱਗ ਮਚਾ ਕੇ ਜੇ ਅਗਨ ਭੇਟ ਹੋ ਜਾਵਾਂ ਤਾਂ ਚੰਗਾ। ਇਹਨੂੰ ਜਿੰਨਾ ਚਿਰ ਗੁਰੂ ਸਾਹਿਬ ਨਹੀਂ ਪ੍ਰਗਟ ਹੁੰਦੇ ਉਹਨਾਂ ਚਿਰ ਮੇਰਾ ਜਿਉਣਾ ਸਫਲਾ ਨਹੀਂ। ਇਸ ਤਰ੍ਹਾਂ ਚਿਤਵਣੀ ਚਿਤਵਦਾ ਹੋਇਆ ਬਹੁਤ ਉਦਾਸ ਹੋ ਗਿਆ। ਚਿਤਵਦੇ ਚਿਤਵਦੇ ਨੂੰ ਫਿਰ ਦਿਲ 'ਚ ਖਿਆਲ ਆਇਆ ਵੀ ਚਲੋ ਫੇਰ ਫੇਰਾ ਪਾਈਏ। ਫਿਰ ਦੁਬਾਰਾ ਨਗਰ 'ਚ ਆਇਆ, ਆ ਕੇ ਪੁੱਛਿਆ ਵੀ ਕੋਈ ਹੋਰ ਵੀ ਹੈ। ਕਹਿਣ ਲੱਗੇ, ਲੋਕਾਂ ਨੇ ਦੱਸਿਆ ਕਿ ਹਾਂ ਹੈਗੇ ਆ। ਛੋਟੀਆਂ ਦੇ ਵਿੱਚੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਹਨਗੇ। ਉਹ ਪਰ ਭੋਰੇ 'ਚ ਰਹਿੰਦੇ, ਕਿਸੇ ਨਾਲ ਮਿਲਦੇ ਨਹੀਂ, ਕਿਸੇ ਨਾਲ ਗੱਲ ਨਹੀਂ ਕਰਦੇ। ਕਹਿੰਦੇ ਮੈਨੂੰ ਉਹਦੇ ਦਰਸ਼ਨ ਕਰਾਓ। ਜਿਸ ਵਕਤ ਮਾਤਾ ਸਾਹਿਬ ਦੇ ਪਾਸ ਆਏ ਨਾਨਕੀ ਜੀ ਦੇ, ਬੇਨਤੀ ਕੀਤੀ ਮਾਤਾ ਜੀ ਦਰਸ਼ਨ ਕਰਨੇ ਆ। ਮਾਤਾ ਜੀ ਕਹਿਣ ਲੱਗੇ ਉਹ ਤਾਂ ਕਿਸੇ ਨਾਲ ਬੋਲਦੇ ਨਹੀਂ, ਬਚਨ ਵਿਲਾਸ ਨਹੀਂ ਕਰਦੇ। ਸਿੱਖਾ ਤੇਰੇ ਨਾਲ ਬਚਨ ਨਹੀਂ ਕਰਨਾ, ਤੂੰ ਉਦਾਸ ਹੋ ਜਾਏਗਾ। ਕਹਿਣ ਲੱਗੇ ਮਾਤਾ ਜੀ ਦਰਸ਼ਨ ਜ਼ਰੂਰ ਮੈਂ ਕਰਨੇ ਆ। ਉਸ ਵੇਲੇ ਮਾਤਾ ਦੀ ਆਗਿਆ ਲੈ ਕੇ ਸਾਧ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਭੋਰੇ 'ਚ ਬੈਠੇ ਸਨ, ਉਹ ਬੂਹੇ ਦੇ ਅੱਗੇ ਜਾ ਕੇ ਨਮਸਕਾਰ ਕੀਤੀ ਤੇ ਦੋ ਮੋਹਰਾਂ ਰੱਖਤੀਆਂ। ਦੋ ਮੋਹਰਾਂ ਰੱਖ ਕੇ ਬੈਠ ਗਿਆ। ਗੁਰੂ ਸਾਹਿਬ ਆਪਣੇ ਆਨੰਦ 'ਚ ਬੈਠੇ ਰਹੇ, ਕੁਝ ਜ਼ਿਕਰ ਨਾ ਕੀਤਾ। ਜਦੋਂ ਉੱਠਿਆ ਮੱਖਣ ਸ਼ਾਹ ਬੜਾ ਉਦਾਸ ਹੋਇਆ, ਅੱਖਾਂ 'ਚੋਂ ਪਾਣੀ ਵਗਦਾ ਹੈ ਕਿ ਉਹ ਮੇਰੀ ਭਾਵਨਾ ਪੂਰੀ ਨਹੀਂ ਹੋਈ। ਉਦੋਂ ਗੁਰੂ ਮਹਾਰਾਜ ਸਾਹਿਬ ਹੱਸਦੇ ਬੈਠੇ ਬੈਠੇ। ਮਹਾਰਾਜ ਕਹਿਣ ਲੱਗੇ, ਸਿੱਖਾ ਤੂੰ ਸਾਡੇ ਸਿਰ 'ਤੇ ਭਾਰ ਪਾਇਆ ਚਾਹੁੰਦਾ। ਅੱਛਾ, ਤਾਂ ਜਿਸ ਵਕਤ ਅਰਦਾਸ ਕੀਤੀ ਸੀ ਉਸ ਵਕਤ ਤੈਂ ਕਿਹਾ ਸੀ ਕਿ ਜੋ ਗੁਰਤਾ ਦੇ ਮਾਲਕਾਂ ਨੂੰ ਇਸ ਜਹਾਜ਼ ਨੂੰ ਬੰਨੇ ਲਾਉਣ ਮੈਂ 500 ਮੋਹਰ ਭੇਟਾ ਕਰਾਂਗਾ। ਗੁਰੂ ਘਰ 'ਚ ਮਾਇਆ ਦੀ ਤਾਂ ਲੋੜ ਹੈ ਨਹੀਂ, ਪਰ ਤੂੰ ਇਹ ਚਾਹੁੰਦੇ ਵੀ ਮਹਾਰਾਜ ਆਪਣੀ ਜ਼ਬਾਨੋਂ ਦੱਸ ਦੇਣ। ਅਸੀਂ ਤਾਂ ਜਿਹੜੀ ਸੁਖਣਾ ਸੁਖੀ ਸੀ ਉਹ ਦੱਸ ਦਿੱਤੀ ਹੈ। ਸੁਣ ਕੇ ਮੱਖਣ ਸ਼ਾਹ ਨੂੰ ਜਿਹੜਾ ਆਨੰਦ ਹੋਇਆ, ਉਸ ਵੇਲੇ ਖੁਸ਼ੀ ਦੇ ਨਾਲ ਕੁੜਤੇ ਦੀਆਂ ਤਣੀਆਂ ਟੁੱਟ ਗਈਆਂ, ਇੰਨਾ ਫੁੱਲ ਗਿਆ ਪ੍ਰੇਮ 'ਚ ਆ ਕੇ। ਬਹੁਤ ਆਨੰਦ ਹੋ ਕੇ ਸਾਧ ਸੰਗਤ ਜੀ ਭਾਈ ਮੱਖਣ ਸ਼ਾਹ ਪ੍ਰੇਮ ਵਿੱਚ ਆ ਕੇ ਜਾਮੇ 'ਚ ਨਹੀਂ ਸਮਾਉਂਦਾ ਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ, ਮਹਾਰਾਜ ਹੁਣ ਤੁਸੀਂ ਪ੍ਰਗਟ ਹੋਵੋ, ਭੋਰੇ 'ਚ ਨਾ ਬੈਠੇ ਰਹੋ। ਸੰਗਤਾਂ ਸਾਰੀਆਂ ਵਿਆਕੁਲ ਹੋਈਆਂ, ਦਰਸ਼ਨ ਕਰਦੀਆਂ ਕਰਨਾ ਚਾਹੁੰਦੀਆਂ, ਦਰਸ਼ਨ ਦਿਓ ਆਪ ਪ੍ਰਗਟ ਹੋ ਕੇ। ਹਜ਼ੂਰ ਨੂੰ ਉਸ ਵੇਲੇ ਕਿਹਾ, ਭਾਈ ਜੇ ਸਾਨੂੰ ਤੂੰ ਪ੍ਰਗਟ ਕਰਨਾ ਚਾਹੁੰਦਾ ਤੇਰਾ ਕਾਲਾ ਮੂੰਹ ਕਰਾਂਗੇ ਪਰਲੋਕ 'ਚ। ਇਹ ਬਚਨ ਕਹਿਣ ਤੋਂ ਭਾਈ ਮੱਖਣ ਸ਼ਾਹ ਨੇ ਲੰਗਰ 'ਚ ਜਾ ਕੇ ਮਾਤਾ ਦੇ ਪਾਸੋਂ ਕਾਲਸ ਆਗਿਆ ਦੇ ਨਾਲ ਮੱਥੇ ਨੂੰ ਲਾ ਕੇ ਆ ਗਿਆ। ਕਹਿੰਦਾ, ਲਓ ਮਹਾਰਾਜ ਮੇਰਾ ਪਰਲੋਕ 'ਚ ਮੂੰਹ ਕਾਲਾ ਕਰਨਾ, ਮੈਂ ਇੱਥੇ ਹੀ ਕਰ ਲੈਣਾ ਆਪਣਾ, ਪਰ ਆਪ ਨੂੰ ਪ੍ਰਗਟ ਕਰੇ ਬਿਨਾਂ ਨਹੀਂ ਮੈਂ ਰਹਿ ਸਕਦਾ। ਸੰਗਤਾਂ ਬਹੁਤ ਵਿਆਕੁਲ ਹੋਈਆਂ, ਮੇਰਾ ਕੀ ਵਿਗੜ ਜਾਏਗਾ। ਸੱਚੇ ਪਾਤਸ਼ਾਹ ਪਾਣੀ ਨਾਲ ਧੋਤਿਆ ਫਿਰ ਕਾਲਸ ਲੈ ਜਾਓ। ਇਹ ਬਚਨ ਕਹਿਣ ਤੋਂ ਗੁਰੂ ਸਾਹਿਬ ਚੁੱਪ ਕਰ ਰਹੇ। ਫਿਰ ਡਿਊਟੀ ਦੇ ਉੱਤੇ ਖੜ ਕੇ ਸਾਧ ਸੰਗਤ ਜੀ ਗੁਰਲੱਧ ਹੋ ਰਹੇ, ਗੁਰਲੱਧ ਹੋ ਰਹੇ। ਇਹ ਬਚਨ ਕਹਿ ਕੇ ਗੁਰੂ ਸਾਹਿਬ ਲੱਭ ਪਏ ਹੈ। ਜਿਹੜੀਆਂ ਸੰਗਤਾਂ ਡੇਰੇ ਉਤਾਰੀ ਬੈਠੀਆਂ ਸੀ ਚਾਰ ਛਪੇਰੇ, ਕਿਤਨੀ ਦੇਰ ਤੋਂ ਆਈਆਂ ਹੋਈਆਂ ਸੀ, ਉਡੀਕ ਸੀ ਕਿ ਗੁਰੂ ਸਾਹਿਬ ਪ੍ਰਗਟ ਹੋਣ। ਉਹ ਸਾਰੀਆਂ ਸੰਗਤਾਂ ਹੁੰਮ ਆ ਕੇ ਆ ਗਈਆਂ ਤੇ ਭਾਈ ਮੱਖਣ ਸ਼ਾਹ ਨੇ ਦਰਜੀ ਤੋਂ ਨਵੀਂ ਪੁਸ਼ਾਕ ਜਿਹੜੇ ਵਸਤਰ ਚੰਗੇ ਲਿਆਇਆ ਸੀ ਉਹਦੀ ਸਲਾਹ ਕੇ ਮਹਾਰਾਜ ਦੀ ਭੇਟਾ ਕੀਤੀ। ਗੁਰੂ ਮਹਾਰਾਜ ਸਾਹਿਬ ਜੀ ਨੇ ਇਸ਼ਨਾਨ ਕਰਕੇ ਵਸਤਰ ਪਹਿਰ ਕੇ ਜਿਸ ਵੇਲੇ ਦੀਵਾਨ 'ਚ ਸਜੇ, ਜਿਹੜਾ ਹੁਣ ਮਹਾਰਾਜ ਸਾਹਿਬ ਜੀ ਦਾ ਗੁਰਦੁਆਰਾ ਬਣਿਆ ਨਾ ਵੱਡਾ ਬਾਬੇ ਬਕਾਣੇ, ਇਹ ਤਿਲਕ ਵਾਲਾ ਥਾਂ ਹੈ। ਇੱਥੇ ਬੈਠ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਭਾਈ ਗੜੀਆ ਜੀ ਸਿੱਖ ਸਨ ਅਤੇ ਇਸੇ ਤਰ੍ਹਾਂ ਹੋਰ ਇੱਕ ਸਿੱਖ ਸੀ ਮਹਾਰਾਜ ਦਾ ਤੀਜੇ ਪਾਤਸ਼ਾਹ ਦੇ ਅੰਸ਼ ਵਿੱਚੋਂ, ਉਹਨਾਂ ਨੂੰ ਬੁਲਾਇਆ ਗਿਆ। ਉਹਨਾਂ ਨੂੰ ਸਤਿਗੁਰਾਂ ਦਾ ਸਤਿਕਾਰ ਕੀਤਾ। ਮਾਤਾ ਜੀ ਨੂੰ ਪੁੱਛਿਆ, ਮਾਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਹੋ ਜਾਣ, ਤੁਸੀਂ ਸਾਨੂੰ ਕੀ ਦਿਓਗੇ? ਖੁਸ਼ ਹੋ ਕੇ ਮਾਤਾ ਨੇ ਕਿਹਾ ਕਿ ਭਾਈ ਤੁਹਾਡੀ ਸੇਵਾ ਜਿੰਨੀ ਕਹੋਗੇ ਅਸੀਂ 5000 ਰੁਪਇਆ ਜਾਂ ਇਸ ਤਰ੍ਹਾਂ ਬਚਨ ਕੀਤੇ ਭੇਟਾ ਕਰਾਂਗੇ। ਸੁਣ ਕੇ ਗੁੜੀਆ ਜੀ ਕਹਿਣ ਲੱਗੇ, ਮਾਤਾ ਜੀ ਇਹ ਤੁਹਾਡੀ ਭੇਟਾ ਅਸੀਂ ਤਾਂ ਤੁਹਾਡੇ ਦਾਸ ਹੀ ਹੈ, ਪਰ ਤੁਸੀਂ ਸੰਗਤ ਵਾਸਤੇ ਉਤਸ਼ਾਹ ਨਾਲ ਕਹਿ ਰਹੇ ਹੋ ਕਿ ਸੰਗਤਾਂ ਦੇ ਹਾਲ ਹੋਣਗੀਆਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ। ਉਸ ਵਕਤ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਜੀ ਨੇ ਪ੍ਰਗਟ ਹੋ ਕੇ ਸੰਗਤਾਂ ਦੀ ਭੇਟ ਲਈ ਤੇ ਭਾਈ ਗੜੀਏ ਤੇ ਦੂਸਰੇ ਸਿੱਖ ਨੇ
महाराज साहब जी के उस वेले साध संगत दीवान से संगतां नूं दर्शन कराए। क्यों पहले दिन जो गुरु साहब जी ने दर्शन दिते, सारिया संगतां ने 500 मोहर भाई मक्खण शाह ने ते होर दसौंध अपनी भेटा की ते होर सारी संगतां ने आपो अपनी नज़र जिन्नी लैके आए सी भेटा वो सतगुरां दे चरनां चरपणा की। उस वक्त साध संगत जी गरीब नूं आए अंतरजामी चौजी पातशाह सतगुरु सच्चे पातशाह अपने आनंद विच लीन बैठे है, ना वैर है ना किसी ना विरोध है, सतगुरु का आनंद विच बैठे हैं समता दे विच। उस वक्त साध संगत जी सारी संगत निहाल हो गई ते बाकी दे जिहड़े मसंद सन उन्होंने संसा पै गया भी साडी गुरियाई नहीं हुण चलनी। उस वक्त सारे मिल के धीरमल के कोले गए, कहते गुरु तेग बहादुर साहब मस्ताने सन, वो अज गुरु बन के मक्खण शाह प्रगट कर दिते है, तुहाडी भेटा तो हुण गई। इउं कह के उहदे कोले सारे आपो विच ही लड़ाई करने वास्ते सतगुरां नाल तैयार हो गए। होर तां किसे दा हियां ना पिया। इन्हां ने इहदे कोले आदमी बाहले सी धीरमल दे कोले, इन्हां ने तैयारी की कि गुरु तेग बहादुर साहब नूं किसी न किसी तरीके दे नाल महाराज नूं ज्योति जो समा जाण तां चंगा है। महाराज साहब उस दिन घोड़ी ते चढ़ के, चंबी रंग की घोड़ी सी, चिट्टे रंग की, उस ते सफैद महाराज ब्यासा वल गए। ब्यासा वल विचरते हुए सच्चे पातशाह जी जदों वापस आए सूइयां ला छड्डे, सतगुरां दे पास बाली उस वेले कट्ठी गोलियां दी छड्डी गई। जदों इहदे धीरमल दे डेरे कोले आए, घोड़ी जिहड़ी सी तरब के गोली की आवाज़ तो तेज हो गई ते गोली गुरु साहब दे कोई नहीं लगी। उस वेले महाराज ने बचन किया, भला धीरमला भला धीरमला। ये बचन कहते हुए सच्चे पातशाह जी अस्थान में आ गए। अस्थान में आने तो साध संगत जी घोड़ी तो उतर के महाराज साहब जी थड़ा साहब बनया कि उत्थे मंदिर सी गुरु साहब के प्रकाश वाला। जदों का भोरा वड्डा बनाया वो थड़ा ही है, थोड़ा जहा मंजी साहब के बैठने बाहरले पासे उत्थे बैठे पंज इशनाना कर रहे थे। उस वक्त सिंह ने गुरु महाराज साहब के गोली चलाई। ये सिंह जिहड़ा सीगा हिदारियां विचों सी, सो इस गोली गुरु साहब ते चलाई सी। आके जिस वक्त सतगुरां दे ते गोली चली, गुरु महाराज साहब जी के मत्थे नाल hungaरा भरन तो ठंडी होकर अगे डिग पई, असर नहीं कर सकी महाराज के मस्तक नूं। जिन्होंने हिंद के वास्ते रक्षा करने वास्ते चौजी पातशाह ने कौंते करने सी, सारे मुल्क की रक्षा वास्ते उन्होंने की असर कर सकती जालमां की गोली। उस वक्त साध संगत जी गुरु महाराज साहब सच्चे पातशाह जी अपने आनंद दे नाल बैठे है ते सारा घर का जिन्ना समान सी, जिन्नी पूजा सी, सारी आदमी लुट के संख तक ते घड़ियाल तक भी नहीं छड्डिया। लंगर के भांडे भी सारे चक के धीरमल के आदमी ये लै गए सी। मसंद ने उन्होंने कहा हिम्मत बिना गुरु नहीं बनया जा सकता, वेख इत्थे तू गद्दी ला के बैठा, असीं लुट के लियाए हैं। इउं जदों किहा ते चीज़ां सांभी जांदा धीरमल वेख वेख के भेटा खुश हुंदा बस्तर। इधर मक्खण शाह नूं किसी ने जा दस्सिया भी तू मक्खण शाह गुरु साहब आनंद नाल बैठे सन, उन्हां दे उत्ते तां अज गोली चल गई है। सुन के मक्खण शाह के नाल 500 आदमी सी, वो सहार ना सकिया गुरु साहब की बेअदबी। ये डेरे ते आ पिया धीरमल दे ते सारिਆਂ ਨੂੰ कहा भी जो शस्त्र चक्के नूं कतल कर दिओ, छड्डो किसी नूं ना, सारिਆਂ ਨੂੰ मुश्कां दे लो। सारे मसंदा नूं मुश्कां दे लियां। मुश्कां दे के जिन्ना गुरु महाराज साहब का धन सी वो सारा इन्हां दे सिरीं चुका के जिन्नी भेटा सी फिर महाराज साहब ने बाबे बकाले वाले स्थान में महाराज के स्थान के घर च पुज्जा। नाले श्री गुरु ग्रंथ साहब धीरमल जिहड़ा लिया सी वो भी ले आंदा। इस प्रकार माता नानकी जी की आग्ञा नाल वो महाराज साहब जी विराजमान करते एक स्थान में। इस प्रकार जो भेटा आई तो गुरु तेग बहादुर साहब जी ये मसंद सीहे मसंद नूं भी बन के मक्खण शाह ले आया। धीरमल नूं कहता तू गुरु के अंश च पैदा होया करके छड्डदा है, पर गुरुआं वाले लक्षण तेरे च कोई नहीं। मैं तेनू दंड देना सी, तेनू मार देना सी, गुरु के अंश जम्मिया करके मैं तेरा सत्कार किया, रखिया नहीं, मारिया नहीं। इउं कह के चले आए। सीहे मसंद नूं महाराज साहब छुड़ा दिता कोई नहीं। ਅਤੇ सारी भेटा गुरु साहब ने कहा भाई ये वापस कर दे मक्खण शाह, धन का रौला हुंदा है, ये की रख के करना है। मक्खण शाह ने कहा महाराज जिहड़ा इस तरह दुश्मन का सत्कार करना है, कल नूं फिर हो लुटेरे आ जाएंगे, ये तो तुसीं योग नहीं करते। हजूर ने कहा ना भाई इस प्रकार ही है, साडा वचन मनो। सतगुरां दा वचन मनिया। माता नानकी जी नूं महाराज ने कहा माता जी माई मैं धन पायो हरनाम, मन मेरो धाम ते छुट्यो कर बैठो विश्राम।
ये शब्द उचार के उपदेश दिता। मक्खन शाह ने भी धन प्यार छुड़ा के वापस कराता। जो वापस कराया धीरमल में जाके मक्खन शाह ने यह गुरु साहब का बिरद तुसीं तां लुट के लिया सी, गुरु साहब जी के पास गया भी महाराज वापस कराउंदे है, एडे गुरु साहब त्यागी है। साध संगत जी तू वो सतगुरु सच्चे पातशाह के उत्ते गोली चलाई है, तैं चंगा काम नहीं किया। इस प्रकार के बचन विलास हुए सन जदों गुरता के उत्ते महाराज विराजमान हुए है। आप सच्चे पातशाह गरीब नवाज जी गुरता गद्दी नूं गुरु हरकृष्ण साहब महाराज साहब जी ने आप 1721 विक्रमी चेत सुदी 14 वाले दिन आप जी को गुरता गद्दी बख्शी सी। इं गुरु महाराज साहब प्रगट हो के फिर विसाखी नूं अमृतसर पुजे है। वो फिर कथा सुनावांगे सवेर के वक्त। महाराज के कल शहीदी गुरपुरब है। तो हुण संगतां शब्द की व्याख्या थोड़ी जी सुन।